औज़ बिल्लाहि मिनश शैतानिर रजीम बिस्मिल्लाहिर रहमानिर रहीम। ਲੱਖਾਂ ਤੇ ਕਰੋੜਾਂ ਦਰੂਦੋ ਸਲਾਮ ਨਬੀ ਕਰੀਮ ਸੱਲੱਲਾਹੁ अलैहि वसल्लम ਤੇ ਉਹਨਾਂ ਦੀ ਆਲੇ ਪਾਕ ਤੇ। ਨਾਜ਼ਰੀਨ, ਪੰਜਾਬੀ ਦਾ ਪ੍ਰੋਗਰਾਮ ਅੱਜ ਦੀ ਗੱਲਬਾਤ ਲੈ ਕੇ ਮੈਂ ਤੁਹਾਡਾ ਮੇਜ਼ਬਾਨ ਅਮੀਨ ਰਜ਼ਾਮੁਗਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਨਾਲ ਨੇ ਸੀਨੀਅਰ ਸਾਫੀ ਸ਼ਹਬਾਜ਼ ਅਲੀ محسن ਸਾਹਿਬ। ਸਾਡਾ ਅੱਜ ਦਾ ਇੱਕ ਤਾਰਫੀ ਪ੍ਰੋਗਰਾਮ ਹੈ। ਅਸੀਂ ਇਸ ਪ੍ਰੋਗਰਾਮ ਦਾ ਪੇਸ਼ ਕਰਨ ਦਾ ਮਕਸਦ ਇਹ ਵੇ ਕਿ ਚੂँਕਿ ਮੁਲਕ ਭਰ ਦੇ ਜਿਹੜੀ ਮੁਲਕ ਦੀ ਕੌਮੀ ਜ਼ਬਾਨ ਹੈ ਉਰਦੂ ਹੈ, ਇਸ ਤੋਂ ਇਲਾਵਾ ਕੁਝ ਇਲਾਕਾਈ ਜ਼ਬਾਨਾਂ ਨੇ ਜਿਨ੍ਹਾਂ ਨੂੰ ਮਾਂ ਬੋਲੀ ਜ਼ਬਾਨ ਵੀ ਕਿਹਾ ਜਾਂਦਾ ਹੈ। ਸਾਡੀ ਪੰਜਾਬ ਦੇ ਵਿੱਚ ਮਾਂ ਬੋਲੀ ਹੈ ਪੰਜਾਬੀ ਹੈ, ਜਿਹਨੂੰ ਫਰੋਗ ਦੇਣ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਲੋਕ ਜਿਹੜੇ ਜ਼ਿਆਦਾਤਰ ਆਬਾਦੀ ਸਾਡੀ ਦਿਹਾਤਾਂ 'ਚ ਰਹਿਣ ਵਾਲੀ ਹੈ ਉਹਨਾਂ ਤੱਕ ਵੀ ਇਹ ਸਾਡੀ ਆਵਾਜ਼ ਪਹੁੰਚੇ, ਉਹ ਵੀ ਆਪਣੇ ਮਸਾਇਲ ਜਿਹੜੇ ਨੇ ਨਾ ਉਹ ਉਹਨਾਂ ਨੂੰ ਉਜਾਗਰ ਕਰਨ ਦਾ ਮੌਕਾ ਮਿਲੇ। ਅਤੇ ਅਸੀਂ ਇਨਸ਼ਾਅੱਲਾ ਇਸ ਪ੍ਰੋਗਰਾਮ 'ਚ ਪੰਜਾਬੀ ਦੇ ਜ਼ਬਾਨ ਦੇ ਵਿੱਚ ਲੋਕਾਂ ਤੱਕ ਰਸਾਈ ਹਾਸਲ ਕਰਨ ਵਾਸਤੇ ਮਸਾਇਲ ਉਜਾਗਰ ਕਰਾਂਗੇ, ਇਲਾਕਾਈ ਮਸਾਇਲ ਨੂੰ ਵੀ ਉਜਾਗਰ ਕਰਾਂਗੇ। ਅੱਜ ਦਾ ਤਾਰਫੀ ਪ੍ਰੋਗਰਾਮ ਇਹਦੇ ਵਿੱਚ ਅਸੀਂ ਸ਼ਹਬਾਜ਼ ਅਲੀ محسن ਸਾਹਿਬ ਨੂੰ ਪੁੱਛਾਂਗੇ ਕਿ ਉਹ ਪੰਜਾਬੀ ਦੇ ਹਵਾਲੇ ਨਾਲ ਕੁਝ ਦੱਸਣ ਕਿ ਅਸਲ 'ਚ ਪੰਜਾਬੀ ਜ਼ਬਾਨ ਕੀ ਹੈ ਅਤੇ ਇਹਦਾ ਕਿਸ ਤਰ੍ਹਾਂ ਆਗਾਜ਼ ਹੋਇਆ। ਜੀ ਪੰਜਾਬੀ ਜਿਹੜੀ ਹੈ ਨਾ ਕੁਛ ਅਰਸਾ ਪਹਿਲੇ, ਕੁਛ ਸਾਲ ਪਹਿਲੇ, ਸਦੀ ਵੀ ਕਹਿ ਸਕਦੇ ਹੋ, ਇੱਕ ਮਜਮੂਈ 4-5 ਜ਼ਬਾਨਾਂ ਦੀ ਜਿਹਦੇ 'ਚ ਫਾਰਸੀ, ਅਰਬੀ, ਉਰਦੂ ਇਹ ਮਿਕਸ ਹੋ ਕੇ ਤੇ ਇੱਕ ਪੰਜਾਬੀ ਜਿਹੜੀ ਹੈ ਜ਼ੁਬਾਨ ਜਿਹੜੀ ਬਣੀ ਹੈ, ਇਹਨੇ ਫਰੋਖ ਲਿਆ ਸੀ। ਇਹਦੇ ਵਿੱਚ ਇਹ ਤਕਰੀਬਨ ਜਿਹੜਾ 1999 ਵਿੱਚ ਜਿਹੜਾ ਇਹਦਾ ਸ਼ੁਮਾਰਾਤ ਜਿਹੜੀ ਉਹਨਾਂ ਕੀਤੀ ਸੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਤਕਰੀਬਨ 14 ਤੋਂ 15 ਕਰੋੜ ਜਿਹੜਾ ਅਫਰਾਦ ਨੇ ਇਹਨੂੰ ਪੰਜਾਬੀ ਨੂੰ ਬੋਲਦੇ ਨੇ, ਅਤੇ ਇਹ 15ਵੀਂ ਜ਼ੁਬਾਨ ਹੈ ਜਿਹੜੀ ਪੂਰੀ ਦੁਨੀਆ ਵਿੱਚ ਜਿਹੜੀ ਜ਼ਿਆਦਾ ਬੋਲੀ ਜਾਂਦੀ ਹੈ। ਇਹਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਅਤੇ ਕ੍ਰਿਸਚਨ ਇਹ ਲੋਕ ਜਿਹੜੇ ਨੇ ਇਹ ਪੰਜਾਬੀ ਜਿਹੜੇ ਬੋਲਦੇ ਨੇ, ਠੀਕ ਹੈ। ਅਤੇ ਇਹਨੂੰ 15ਵੀਂ ਜਿਹੜੀ ਨੇ ਪੂਰੇ ਪਾਕਿਸਤਾਨ, ਪੂਰੀ ਦੁਨੀਆ 'ਚ ਇਹਦਾ 15ਵਾਂ ਨੰਬਰ ਹੈਗਾ ਪੰਜਾਬੀ ਦਾ। ਅਤੇ ਇਹ ਸਾਡੇ ਜਿਹੜੇ ਔਲੀਆ ਕਲਾਮ ਨੇ ਜਿਨ੍ਹਾਂ ਵਿੱਚ ਮਤਲਬ ਕਿ ਬੁੱਲੇ ਸ਼ਾਹ, ਜਿਸ 'ਚ ਬਾਬਾ ਫਰੀਦ, ਗੰਜ ਸ਼ੱਕਰ ਬਾਬਾ ਫਰੀਦ, ਉਸ ਤੋਂ ਬਾਅਦ ਪੀਰ ਵਾਰਿਸ ਸ਼ਾਹ ਦੀ ਹੀਰ, ਮੀਆਂ ਮੁਹੰਮਦ ਬਖਸ਼, ਉਹਨਾਂ ਨੇ ਇਹਦੇ 'ਚ ਪੰਜਾਬੀ 'ਚ ਬੜੇ ਅੱਛੇ ਕਲਾਮ ਲਿਖੇ ਨੇ ਜਿਹੜੇ ਕਿ ਮਤਲਬ ਕਿ ਲੋਕ ਸੁਣਦੇ ਵੀ ਨੇ ਅਤੇ ਬੋਲਦੇ ਵੀ ਨੇ ਅਤੇ ਬੜਾ ਪਿਆਰਾ ਲੱਗਦਾ ਪੰਜਾਬੀ। ਅੱਜ ਤੱਕ ਹੁਣ ਜਿਹੜਾ ਵਕਤ ਜਾ ਰਿਹਾ ਇਹਦੇ ਵਿੱਚ ਪੰਜਾਬੀ ਦੀ ਜਿਹੜੀ ਹਸੀਅਤ ਹੈ ਨਾ ਜ਼ੁਬਾਨ ਦੀ, ਉਹ ਤਾਂ ਨਾ ਸਰਕਾਰੀ ਤੌਰ 'ਤੇ ਹਿੰਦੁਸਤਾਨ ਦੇ ਵਿੱਚ ਦਾ ਪੰਜਾਬੀ ਜਿਹੜੀ ਹੈ ਲੋਕ ਘਰਾਂ 'ਚ ਬੋਲਣ ਦਾ ਬੜੀ ਸਮਝਦੇ ਨੇ ਕਿ ਉਹ ਪਤਾ ਨਹੀਂ ਕਿੱਥੋਂ ਦੀ ਇਹ ਜ਼ੁਬਾਨ ਹੈ, ਹਾਲੀ ਕਿ ਸਾਡੀ ਮਾਂ ਦੀ ਜ਼ੁਬਾਨ ਹੈ। ਮੇਰੇ ਦਾਦੇ ਵੀ ਬੋਲੀ, ਮੈਂ ਵੀ ਬੋਲੀ, ਮੇਰੇ ਪਿਓ ਨੇ ਵੀ ਬੋਲੀ, ਮੇਰੀ ਮਾਂ ਨੇ ਵੀ ਬੋਲੀ, ਅਤੇ ਬੱਚੇ ਜਦੋਂ ਪੰਜਾਬੀ ਬੋਲਦੇ ਲੋਕ ਸਮਝਦੇ ਪਤਾ ਨਹੀਂ ਕੀ ਹੋ ਗਿਆ ਹੈ, ਉਹ ਨਹੀਂ ਆਪ ਉਰਦੂ ਬੋਲੇ। ਮਤਲਬ ਕਿ ਇਹ ਪੰਜਾਬੀ ਜ਼ੁਬਾਨ ਹੈ, ਸਾਡੀ ਆਪਣੀ ਜ਼ੁਬਾਨ ਹੈ, ਮਿੱਠੀ ਜ਼ੁਬਾਨ ਹੈ, ਇਹ ਸਾਨੂੰ ਬੋਲਣੀ ਚਾਹੀਦੀ ਹੈ, ਆਪਣੇ ਘਰਾਂ 'ਚ ਆਪਣੇ ਬੱਚਿਆਂ ਨੂੰ ਵੀ ਸਿਖਾਉਣੀ ਚਾਹੀਦੀ ਹੈ। ਬਲਕਿ ਇਹ ਸਰਕਾਰੀ ਸਤ੍ਹਾ 'ਤੇ ਵੀ ਕੋਈ ਇਹਨੂੰ ਅਹਿਮੀਅਤ ਹਾਸਲ ਨਹੀਂ ਹੈ, ਨਾ ਹੀ ਇੱਥੇ ਅਤੇ ਨਾ ਹਿੰਦੁਸਤਾਨ ਪੰਜਾਬ ਦੇ ਅੰਦਰ ਜਿਹੜੀ ਉਹ ਸਰਕਾਰੀ ਤੌਰ 'ਤੇ ਬੋਲੀ ਜਾਂਦੀ ਹੈ। ਮੈਂ ਸਮਝਦਾ ਪੰਜਾਬ 'ਚ ਵੀ ਸਰਕਾਰੀ ਤੌਰ 'ਤੇ ਇਹਨੂੰ ਜਿਹੜਾ ਨਾ ਫਰੋਖ ਮਿਲਣਾ ਚਾਹੀਦਾ, ਤਾਂ ਇਲਾਜ ਕਰਨੀ ਚਾਹੀਦੀ ਹੈ, ਇਹਨੂੰ ਮਤਲਬ ਕਿ ਜਿਹੜਾ ਨਾ ਬੋਲਣਾ ਚਾਹੀਦਾ। ਬਲਕਿ ਸਾਡੇ ਦਫ਼ਤਰਾਂ 'ਚ ਵੀ ਪੰਜਾਬੀ ਬੋਲਣੀ ਚਾਹੀਦੀ ਹੈ। ਉਰਦੂ ਵੀ ਸਾਡੀ ਕੌਮੀ ਜ਼ੁਬਾਨ ਹੈ, ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਕਿ ਉਹ ਸਿੱਖਣੀ ਚਾਹੀਦੀ ਹੈ। ਇੰਗਲਿਸ਼ ਵੀ ਸਿੱਖਣੀ ਚਾਹੀਦੀ ਹੈ, ਅਰਬੀ ਵੀ ਸਿੱਖਣੀ ਚਾਹੀਦੀ ਹੈ, ਫਾਰਸੀ ਵੀ ਸਿੱਖਣੀ ਚਾਹੀਦੀ ਹੈ, ਲੇਕਿਨ ਪੰਜਾਬੀ ਨਹੀਂ ਛੱਡਣਾ ਚਾਹੀਦਾ। ਬੱਚੇ ਜਿਹੜੇ ਨੇ ਉਹ ਅਗਰ ਪੰਜਾਬੀ ਬੋਲਣਗੇ ਉਹਨਾਂ ਨੂੰ ਪਤਾ ਲੱਗੇ। ਬਹੁਤ ਸਾਰੇ ਲਫ਼ਜ਼ ਅਸੀਂ ਘਰਾਂ 'ਚ ਬੋਲਦੇ ਅਤੇ ਬੱਚਿਆਂ ਨੂੰ ਪਤਾ ਨਹੀਂ ਲੱਗਦਾ। ਮਾਵਾਂ ਨੂੰ ਤਰਾ ਦਿੰਦੀਆਂ ਨੇ, ਨਹੀਂ ਜੀ ਆਪ ਉਰਦੂ ਬੋਲੇ, ਆਪ ਇਹ ਕਦੇ ਨਹੀਂ। ਮੇਰੇ ਹਿਸਾਬ ਨਾਲ ਪੰਜਾਬੀ ਨੂੰ ਜਿਹੜਾ ਬੋਲਣਾ ਚਾਹੀਦਾ। ਫਿਰ ਮੈਂ ਪਹਿਲੇ ਇੱਕ ਆਪਣਾ TV ਆਇਆ ਸੀ, ਫਿਰ ਉਸ ਤੋਂ ਬਾਅਦ ਪੰਜਾਬ TV ਆਇਆ ਪੰਜਾਬੀ 'ਚ, ਫਿਰ ਭੁਲੇਖਾ ਅਖਬਾਰ ਆਈ, ਸੱਜਣ ਅਖਬਾਰ ਆਈ, ਲੇਕਿਨ ਉਹ ਵੀ ਹੁਣ ਬਿਲਕੁਲ ਬੰਦ ਹੋ ਗਈਆਂ ਨੇ। ਯਾਨੀ ਕੋਈ ਲੋਕਾਂ ਦੀ ਤਵੱਜੋ ਨਹੀਂ ਆਇਆ। ਅਗਰ ਇਹਨੂੰ ਹੌਲੀ ਹੌਲੀ ਨੁਕਰੇ ਲਾਇਆ ਜਾ ਰਿਹਾ ਕਿ ਪੰਜਾਬੀ ਜਿਹੜੀ ਨੁਕਰੇ ਲਾ, ਜਿਵੇਂ ਅਸੀਂ ਅੱਜ ਪੰਜਾਬੀ ਦਾ ਪ੍ਰੋਗਰਾਮ ਸ਼ੁਰੂ ਕਰਕੇ ਆਪਣਾ ਹਿੱਸਾ ਪਾਉਣ ਡਿਆ ਡਾਕਟਰ ਸਾਹਿਬ, ਲੋਕਾਂ ਨੂੰ ਵੀ ਚਾਹੀਦਾ ਆਪਣੇ ਘਰਾਂ 'ਚ ਪੰਜਾਬੀ ਬੋਲਣ, ਉਹ ਵੀ ਆਪਣਾ ਹਿੱਸਾ ਪਾਉਣ। ਔਰ ਮੈਨੂੰ ਲੱਗਦਾ ਹੈ ਕਿ ਲੋਕ ਇਸ ਗੱਲ 'ਤੇ ਵੀ ਅਮਲ ਕਰਨਗੇ। ਸਾਨੂੰ ਵੇਖੋ ਤੁਸੀਂ 4 ਸੂਬਿਆਂ 'ਚ ਦੇਖੋ ਨਾ ਕਿ ਸਿੰਧ ਦੇ ਵਿੱਚ ਸਿੰਧੀ ਬੋਲੀ ਜਾਂਦੀ ਹੈ, ਬਲੋਚ ਵਿੱਚ ਬਲੋਚਿਸਤਾਨ 'ਚ ਬਲੋਚੀ, ਪਠਾਣਾ 'ਚ ਪਠਾਣੀ ਬੋਲੀ ਜਾਂਦੀ, ਲੇਕਿਨ ਅਸੀਂ ਪੰਜਾਬੀ ਲੋਕ ਆਪਣੇ ਘਰਾਂ 'ਚ ਇਹਨੂੰ ਨਹੀਂ ਬੋਲਦੇ। ਆਮ ਬਾਹਰ ਅਸੀਂ ਬੋਲਦੇ ਹਾਂ, ਅਸੀਂ ਸ਼ਰਮ ਮਹਿਸੂਸ ਕਰ ਰਹੇ ਹਾਂ, ਸਮਝਦੇ ਕੋਈ ਬਦਤਮੀਜ਼ੀ, ਇਹ ਗਾਲਾਂ ਦੀ ਹੱਦ ਤੱਕ ਰਹਿ ਗਈ ਹੈ। ਬਸ ਲੋਕ ਗਾਲਾਂ 'ਚ ਕੱਢ ਲੈਂਦੇ ਨੇ, ਲੇਕਿਨ ਬੋਲਣ ਲੱਗਿਆ ਉਰਦੂ ਨਹੀਂ, ਉਰਦੂ ਬੋਲਦੇ ਨੇ ਅਤੇ ਗਾਲਾਂ ਪੰਜਾਬੀ 'ਚ ਕੱਢ ਲੈਂਦੇ। ਵੇਖੋ ਨਾ ਘਰਾਂ ਦੇ ਵਿੱਚ ਪੜ੍ਹੀਆਂ ਲਿਖੀਆਂ ਨੂੰਹਾਂ ਆ ਗਈਆਂ ਨੇ, ਬੱਚੇ ਨੇ ਇੰਗਲਿਸ਼ ਸਕੂਲਾਂ 'ਚ ਪੜ੍ਹਦੇ ਨੇ, ਅਤੇ ਦਾਦੀ ਦਾਦਿਆਂ ਨੂੰ, ਨਾਨੀ ਨਾਨਿਆਂ ਨੂੰ ਵੀ ਨਾ ਔਖੇ ਹੋ ਕੇ ਉਰਦੂ ਬੋਲਣ ਦੀ ਕੋਸ਼ਿਸ਼ ਕਰਦੇ ਨੇ ਬੱਚਿਆਂ ਦੇ ਨਾਲ, ਬੋਲ ਨਹੀਂ ਸਕਦੇ, ਗੁਲਾਬੀ ਉਰਦੂ ਬੋਲਦਾ ਪਿਆ, ਕੀ ਕਰਦਾ ਪਿਆ। ਅਤੇ ਜੇ ਜਿਹੜਾ ਕੋਈ ਬੱਚਾ ਪੰਜਾਬੀ ਬੋਲਦਾ ਹੈ ਅਤੇ ਉਹਦੇ ਨੇ ਲੋਕ ਲੱਗਦਾ ਕੋਈ ਪਿੰਡਾਂ ਦਾ ਬੱਚਾ, ਕੋਈ ਪੜ੍ਹਿਆ ਲਿਖਿਆ ਦਾ ਬੱਚਾ ਨਹੀਂ ਲੱਗਦਾ। ਹਾਲਾਂਕਿ ਇਹ ਚੀਜ਼ ਨਹੀਂ ਹੈ। ਦੇਖੋ ਪੰਜਾਬੀ ਸਾਡੀ ਮਾਂ ਬੋਲੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਡਾਕਟਰ ਸਾਹਿਬ ਸਾਨੂੰ ਬੋਲਣੀ ਚਾਹੀਦੀ ਹੈ, ਆਪਣੇ ਬੱਚਿਆਂ ਨੂੰ ਵੀ ਸਿਖਾਉਣੀ ਚਾਹੀਦੀ ਹੈ। ਦੂਸਰਾ ਇਹ ਕਿ ਪੰਜਾਬੀ ਨੂੰ ਸਰਕਾਰੀ ਸਤ੍ਹਾ 'ਤੇ ਵੀ ਹਸੀਅਤ ਹਾਸਲ ਹੋਣੀ ਚਾਹੀਦੀ ਹੈ।
ਲੋਕ ਪਹਿਲੇ ਲੋਕੀ ਪੰਜਾਬੀ 'ਚ ਕਰਦੇ ਸਨ MA, ਹੁਣ ਲੋਕੀ ਬਹੁਤ ਬੱਚੇ ਘੱਟ ਪੰਜਾਬੀ 'ਚ। ਤੁਹਾਨੂੰ ਯਾਦ ਹੋਵੇਗਾ ਪੁਰਾਣੇ ਵਾਹਵਾ ਦੇਰ ਪਹਿਲੇ ਇੱਕ ਨਿਜ਼ਾਮਦੀਨ ਪੰਜਾਬੀ ਪ੍ਰੋਗਰਾਮ ਚੱਲਦਾ ਹੁੰਦਾ ਸੀ ਰੇਡੀਓ ਤੇ, ਬੜਾ ਲੋਕ ਸੁਣਦੇ ਹਨ, ਲੋਕੀ ਸਪੈਸ਼ਲ ਉਹਨੂੰ ਬਹਿ ਕੇ ਸੁਣਨਾ। ਉਹਦੇ 'ਚ ਉਹਨੇ ਪੰਜਾਬੀ 'ਚ ਹਾਲੀ ਉਹ ਬੰਦਾ ਪੜ੍ਹਿਆ ਲਿਖਿਆ ਸੀ, ਉਹਨੇ MA ਪੰਜਾਬੀ ਕੀਤੀ ਹੋਈ ਸੀ, ਲੇਕਿਨ ਉਹ ਪ੍ਰੋਗਰਾਮ ਨਿਜ਼ਾਮਦੀਨ ਤੇ ਉਹ ਮਤਲਬ ਕਰਦੇ ਹੁੰਦੇ ਸਨ ਪ੍ਰੋਗਰਾਮ, ਉਹ 'ਚੋਂ ਫਿਰ ਗਾਣੇ ਗੂਣੇ ਵੀ ਸੁਣਾਉਂਦੇ ਹੁੰਦੇ ਸਨ। ਸਾਡੇ ਇੱਥੇ ਡਸਕੇ ਯੂਸਫ ਡਸਕੀ ਸਾਹਿਬ ਪਿੱਪਲਾਂ ਦੀ ਛਾਂ ਜਿਹੜਾ ਨਾ ਇਹ ਪਹਿਲੇ ਦਿਲਦਾਰ ਭੱਟੀ ਸਾਹਿਬ ਕਰਦੇ ਹੁੰਦੇ ਪਾਕਿਸਤਾਨ TV ਦੇ ਉੱਤੇ, ਤੇ ਹੁਣ ਉਹ ਕਰਦੇ ਨੇ ਪਏ ਆਪਣਾ ਫੇਸਬੁੱਕ ਦੇ ਉੱਤੇ ਆਪਣਾ ਜਿਹੜਾ ਨਾ ਯੂਸਫ ਡਸਕੀ ਸਾਹਿਬ। ਬੜੀ ਅੱਛੀ ਗੱਲ ਹੈ, ਯੂਸਫ ਡਸਕੀ ਸਾਹਿਬ ਨੇ ਪੰਜਾਬੀ ਨੂੰ ਬੜਾ ਜ਼ਿੰਦਾ ਰੱਖਿਆ। ਅਸੀਂ ਵੀ ਇੱਕ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬੀ ਨੂੰ ਜਿਹੜਾ ਜ਼ਿੰਦਾ ਰੱਖਿਆ ਜਾਏ। ਇਹਦਾ ਬਕਾਇਦਾ ਜਿਹੜਾ ਮਤਲਬ ਕਿ ਡਾਕਟਰ ਸਾਹਿਬ ਪ੍ਰੋਗਰਾਮ ਅਸੀਂ ਇਤਵਾਰ ਨੂੰ ਸ਼ਾਮ ਨੂੰ 7 ਵਜੇ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਦਾ, ਉਹਦੇ ਵਿੱਚ ਮਸਾਇਲ ਜਿਹੜੇ ਹੋਣਗੇ ਉਹ ਵੀ। ਬਾਕੀ ਇਹ ਵੀ ਕਿ ਲੋਕਾਂ ਨੂੰ ਵੀ ਆਪਣੇ ਬੱਚਿਆਂ ਨੂੰ, ਬੀਬੀਆਂ ਬਾਜ਼ਾਰਾਂ ਜਾਂਦੀਆਂ ਨੇ ਉੱਥੇ ਉਰਦੂ ਬੋਲਦੀਆਂ ਨੇ, ਉਰਦੂ ਵੀ ਪੂਰਾ ਨਹੀਂ ਹੁੰਦਾ ਵਿੱਚ ਪੰਜਾਬੀ ਵਿੱਚ ਹੀ ਉਰਦੂ ਮਿਕਸ ਕਰਕੇ, ਠੀਕ ਹੈ, ਤੇ ਉਹ ਫਿਰ ਮਜ਼ਾ ਨਹੀਂ ਦਿੰਦਾ। ਮੇਰੇ ਹਿਸਾਬ ਨਾਲ ਲੋਕਾਂ ਨੂੰ ਪੰਜਾਬੀ ਬੋਲਣੀ ਚਾਹੀਦੀ ਹੈ, ਉਰਦੂ ਵੀ ਬੋਲਣਾ ਚਾਹੀਦਾ, ਲੇਕਿਨ ਪੰਜਾਬੀ ਨਹੀਂ ਛੱਡਣਾ ਚਾਹੀਦਾ, ਕਿਉਂਕਿ ਮੇਰੇ ਦਾਦੇ ਵੀ ਬੋਲੀ, ਸਾਡੇ ਜਿਹੜੇ ਵੱਡੇ ਵਡੇਰੇ ਨੇ ਸਾਰੇ ਪੰਜਾਬੀ ਬੋਲਦੇ ਨੇ। ਪਿੰਡਾਂ ਦਾ ਇਹ ਸਖਾਵਤ ਹੈ। ਤੁਸੀਂ ਦੇਖੋ ਅਰਬ ਮੁਲਕਾਂ ਜਾ ਕੇ ਉਹ ਉਹਨਾਂ ਦੇ ਜਿਹੜਾ ਨਾ ਡਾਕਟਰ ਸਾਹਿਬ ਆਪਣੇ ਦਫ਼ਤਰਾਂ 'ਚ ਅਰਬੀ ਹੈਗੀ, ਉੱਥੇ ਇੰਗਲਿਸ਼ ਬਹੁਤ ਘੱਟ ਗੱਲਬਾਤ ਹੁੰਦੀ ਹੈ, ਲੇਕਿਨ ਉਹ ਆਪਣੀ ਅਰਬੀ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ। ਇਸ ਤਰ੍ਹਾਂ ਸਾਨੂੰ ਪੰਜਾਬ ਦੇ ਅੰਦਰ ਜਿਹੜਾ ਨਾ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ, ਔਰ ਇਹਨੂੰ ਸਰਕਾਰੀ ਸਤ੍ਹਾ 'ਤੇ ਵੀ ਜਿਹੜਾ ਨਾ ਰਾਜ ਕੀਤਾ ਜਾਣਾ ਚਾਹੀਦਾ ਜੀ। ਮਾਸ਼ਾਅੱਲਾ ਸ਼ਹਬਾਜ਼ ਅਲੀ ਮੁਹਸਨ ਸਾਹਿਬ ਨੇ ਬੜੇ ਅੱਛੇ ਤਰੀਕੇ ਨਾਲ ਪੰਜਾਬੀ ਦੇ ਹਵਾਲੇ ਨਾਲ ਦੱਸਿਆ, ਤੇ ਅੱਛੇ ਯਾਨੀ ਕਿ ਨਾ ਉਹਨਾਂ ਨੇ ਪੰਜਾਬੀ ਸ਼ੋਰਾ ਦੇ ਹਵਾਲੇ ਨਾਲ ਵੀ ਸਾਨੂੰ ਦੱਸਿਆ ਕਿ ਜਿਨ੍ਹਾਂ ਦਾ ਕਲਾਮ ਅੱਜ ਵੀ ਸੁਣਿਆ ਜਾਂਦਾ ਹੈ, ਪੜ੍ਹਿਆ ਜਾਂਦਾ ਹੈ ਜੀ। ਪੰਜਾਬੀ ਸਾਡੀ ਮਾਂ ਬੋਲੀ ਹੈ, ਸਾਨੂੰ ਇਹਦੇ 'ਤੇ ਫਖਰ ਹੋਣਾ ਚਾਹੀਦਾ, ਤੇ ਇੱਕ ਮਿੱਠੀ ਤੇ ਪਿਆਰ ਮੁਹੱਬਤ ਵਾਲੀ ਜ਼ੁਬਾਨ ਹੈ, ਇਹਨੂੰ ਫਰੋਗ ਦੇਣਾ ਚਾਹੀਦਾ। ਤੇ ਅਸੀਂ ਜਿਹੜੇ ਉਹ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਸਾਡੇ ਜ਼ਿਆਦਾਤਰ ਲੋਕ ਜਿਹੜੇ ਦਿਹਾਤੀ ਨੇ, ਉਹਨਾਂ ਤੱਕ ਰਸਾਈ ਹਾਸਲ ਕਰਨ ਵਾਸਤੇ ਅਸੀਂ ਇਹ ਪੰਜਾਬੀ ਪ੍ਰੋਗਰਾਮ ਸ਼ੁਰੂ ਕੀਤਾ ਕਿ ਉਹ ਲੋਕ ਜਿਹੜੇ ਨੇ ਉਹਨਾਂ ਦੇ ਮਸਾਇਲ ਜਿਹੜੇ ਨੇ ਉਹ ਉਜਾਗਰ ਕਰਨ ਵਾਸਤੇ ਅਸੀਂ ਪੰਜਾਬੀ ਪ੍ਰੋਗਰਾਮ ਅੱਜ ਦੀ ਗੱਲਬਾਤ ਦਾ ਆਗਾਜ਼ ਕੀਤਾ ਵੇ। ਤੇ ਅਸੀਂ ਉਹਨਾਂ ਲੋਕਾਂ ਨੂੰ ਕਹਾਂਗੇ ਕਿ ਉਹ ਆਪਣੇ ਇਲਾਕਾਈ ਮਸਾਇਲ ਤੋਂ ਸਾਨੂੰ ਆਗਾਹ ਕਰਨ। ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ, ਇਹਦੇ ਬਾਰੇ ਆਪਣੀ ਰਾਏ ਦਾ ਵੀ ਇਜ਼ਹਾਰ ਕਰਿਓ ਜੇ, ਤੇ ਆਪਣੇ ਇਲਾਕਾਈ ਮਸਾਇਲ ਤੋਂ ਵੀ ਸਾਨੂੰ ਉਜਾਗਰ ਕਰਿਓ ਜੇ। ਨਾਜ਼ਰੀਨ, ਅੱਜ ਦਾ ਪ੍ਰੋਗਰਾਮ, ਅੱਜ ਦੀ ਗੱਲਬਾਤ ਵਾਇਸ ਆਫ ਡਸਕਾ ਤੇ ਸਿਟੀ 2 ਨਿਊਜ਼ ਦੀ ਇਸ਼ਤਰਾਕ ਨਾਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਗਿਆ, ਤੇ ਇਨਸ਼ਾਅੱਲਾ ਇਹਨਾਂ ਦੋਵਾਂ ਚੈਨਲਾਂ 'ਤੇ ਸ਼ਾਮ 7 ਵਜੇ ਹਰ ਇਤਵਾਰ ਨੂੰ ਤੁਸੀਂ ਇਸ ਪ੍ਰੋਗਰਾਮ ਨੂੰ ਵੇਖੋਗੇ। ਇਹਦੇ ਨਾਲ ਹੀ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਇਨਸ਼ਾਅੱਲਾ ਅਗਲੇ ਇਤਵਾਰ ਸ਼ਾਮ 7 ਵਜੇ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਏ ਪ੍ਰੋਗਰਾਮ ਦੇ ਨਾਲ ਹਾਜ਼ਰ ਹੋਵਾਂਗੇ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।